ਦੋਸਤੋ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਉੱਤੇ। ਕਿਤਾਬ ਡੂੰਘੀਆਂ ਸਿਖਰਾਂ, ਲੇਖਕ ਨਰਿੰਦਰ ਸਿੰਘ ਕਪੂਰ, ਲੇਖ ਸੇਵਾ, ਸਹਿਯੋਗ ਅਤੇ ਸਹਾਇਤਾ। ਦੋਸਤੋ ਬਹੁਤ ਸੋਹਣੀਆਂ ਗੱਲਾਂ ਨੇ, ਲੇਖ ਸੁਣਨ ਹੀ ਵਾਲਾ ਹੈ, ਸਾਰਾ ਲੇਖ ਜ਼ਰੂਰ ਸੁਣਿਓ। ਜਦੋਂ ਤੁਸੀਂ ਕਿਸੇ ਦੀ ਸਹਾਇਤਾ ਕਰਦੇ ਹੋ ਤਾਂ ਇਸ ਤੋਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਤੁਸੀਂ ਆਪ ਸਫਲ ਹੋ ਚੁੱਕੇ ਹੋ। ਭਰੇ ਹੋਏ ਹੀ ਡੁੱਲਦੇ ਹਨ। ਆਪਣੇ ਆਪ ਨਾਲ ਸੰਤੁਸ਼ਟ, ਪ੍ਰਸੰਨ ਅਤੇ ਹਮਦਰਦ ਵਿਅਕਤੀ ਹੀ ਦੂਜਿਆਂ ਲਈ ਦਿਆਲੂ, ਕਿਰਪਾਲੂ ਹੋ ਸਕਦਾ ਹੈ। ਅੰਤ ਨੂੰ ਹਰ ਵਿਅਕਤੀ ਨੇ ਆਪਣਾ ਕੰਮ ਆਪ ਕਰਨਾ ਹੁੰਦਾ ਹੈ, ਸੋ ਤੁਹਾਡਾ ਵਿਕਾਸ, ਸਫਲਤਾ ਅਤੇ ਖੁਸ਼ਹਾਲੀ ਤੁਹਾਡੀ ਜ਼ਿੰਮੇਵਾਰੀ ਹੈ। ਦੂਜੇ ਸਹਿਯੋਗੀ ਅਤੇ ਸਹਾਇਕ ਹੋ ਸਕਦੇ ਹਨ, ਪਰ ਜ਼ਿੰਮੇਵਾਰੀ ਤੁਹਾਡੀ ਹੀ ਰਹੇਗੀ। ਸੇਵਾ, ਸਹਿਯੋਗ ਅਤੇ ਸਹਾਇਤਾ ਸਭ ਆਰਜ਼ੀ ਸਥਿਤੀਆਂ ਹਨ। ਕਿਸੇ ਕੋਲ ਵੀ ਅਥਾਹ ਸੋਮੇ ਜਾਂ ਅਮੋਕ ਸਾਧਨ ਨਹੀਂ ਹੁੰਦੇ। ਇਸੇ ਕਰਕੇ ਸਾਨੂੰ ਸੋਚਣਾ ਪੈਂਦਾ ਹੈ। ਸੋਚ ਅਕਸਰ ਥੁੜ ਨਾਲ ਸੰਬੰਧਿਤ ਹੁੰਦੀ ਹੈ। ਜਿਸ ਚੀਜ਼ ਦੀ ਥੁੜ ਨਹੀਂ ਹੁੰਦੀ ਉਸ ਬਾਰੇ ਅਸੀਂ ਸੋਚਦੇ ਵੀ ਨਹੀਂ। ਮਦਦ ਦੀ ਲੋੜ ਇਸ ਕਰਕੇ ਵੀ ਪੈਂਦੀ ਹੈ ਕਿਉਂਕਿ ਜੀਵਨ ਨਿਆਂਪੂਰਨ ਨਹੀਂ ਹੈ। ਸਰਦਿਆਂ ਪੁੱਜਦਿਆਂ ਦੇ ਡਾਢੇ ਔਖੇ ਕੰਮ ਵੀ ਆਪੇ ਹੋਈ ਜਾਂਦੇ ਹਨ, ਜਦੋਂ ਕਿ ਨਿਆਸਰਿਆਂ ਅਤੇ ਨਿਉਟਿਆਂ ਦੀਆਂ ਨਿੱਕੀਆਂ ਨਿੱਕੀਆਂ ਲੋੜਾਂ ਵੀ ਘੁੰਮਣ ਘੇਰੀ ਵਿੱਚ ਉਲਝ ਜਾਂਦੀਆਂ ਹਨ। ਲਛਮਣ ਗਵਾਚ ਜਾਣ ਕਰਕੇ ਕਈ ਅਜੋਕੇ ਰਾਮ ਇਕੱਲੇ ਭਟਕ ਰਹੇ ਹਨ ਅਤੇ ਆਪਣੇ ਆਪਣੇ ਹਨੂਮਾਨ ਨੂੰ ਲੱਭ ਰਹੇ ਹਨ। ਮਦਦ ਦਾ ਮਿਲਣਾ ਉਵੇਂ ਹੀ ਹੈ ਜਿਵੇਂ ਸਾਵਣ ਮਹੀਨੇ ਦੇ ਬਰਸਾਤੀ ਅਤੇ ਸਲਾਬੇ ਹਨੇਰੇ ਵਿੱਚ ਜਾਂ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਦੀ ਸੁੰਨ ਵਿੱਚ ਅਸੀਂ ਰਾਹ ਭੁੱਲ ਜਾਈਏ ਤੇ ਕੋਈ ਸਾਨੂੰ ਸਾਡਾ ਨਾਂ ਲੈ ਕੇ ਬੁਲਾਵੇ। ਗਰੀਬੀ ਵਿੱਚ ਘਿਰੇ, ਬਿਮਾਰੀ ਨਾਲ ਗਰਸੇ ਜਾਂ ਉਦਾਸੀ ਵਿੱਚ ਡੁੱਬੇ ਵਿਅਕਤੀ ਕੋਲ ਇਤਨੀ ਹਿੰਮਤ ਨਹੀਂ ਹੁੰਦੀ ਕਿ ਉਹ ਕੇਵਲ ਆਪਣੇ ਯਤਨਾਂ ਅਤੇ ਸਾਧਨਾਂ ਨਾਲ ਆਪਣੀ ਮੁਸ਼ਕਲ ਹੱਲ ਕਰ ਸਕੇ ਅਤੇ ਵਿਗੜਦੀ ਸਥਿਤੀ ਉੱਤੇ ਇਕੱਲਿਆਂ ਹੀ ਕਾਬੂ ਪਾ ਸਕੇ। ਜਿਨ੍ਹਾਂ ਦੇ ਖੇਤ ਅਤੇ ਘਰ ਇੱਕੋ ਵੇਲੇ ਉਜੜਦੇ ਹਨ, ਜਿਹੜੇ ਭੂਚਾਲ, ਤੂਫਾਨ ਅਤੇ ਹੜ੍ਹ ਦਾ ਸ਼ਿਕਾਰ ਹੁੰਦੇ ਹਨ, ਜੇ ਉਹਨਾਂ ਦੀ ਬਾਂਹ ਨਾ ਫੜੀ ਜਾਵੇ ਤਾਂ ਉਹ ਜ਼ਿੰਦਗੀ ਵਿੱਚੋਂ ਖਾਰਜ ਹੋ ਜਾਂਦੇ ਹਨ, ਪਰ ਮਦਦ ਨਾਲ ਉਹਨਾਂ ਨੂੰ ਮੁੜ ਜੀਵਨ ਦੀ ਲੀਹ ਉੱਤੇ ਵਾਪਸ ਲਿਆਂਦਾ ਜਾ ਸਕਦਾ ਹੈ। ਸਹਾਇਤਾ ਨਾਲ ਅਸੀਂ ਡੁੱਬ ਰਹਿਆਂ ਨੂੰ ਨਦੀ ਪਾਰ ਕਰਨ ਦੀ ਸਹੂਲਤ ਅਤੇ ਹਿੰਮਤ ਪ੍ਰਦਾਨ ਕਰਦੇ ਹਾਂ। ਜੋ ਗੱਲ ਅੱਜ ਉਹਨਾਂ ਨਾਲ ਹੋਈ ਹੈ ਉਹ ਕੱਲ੍ਹ ਸਾਡੇ ਨਾਲ ਵੀ ਵਾਪਰ ਸਕਦੀ ਹੈ। 1 ਸਦੀ ਪਹਿਲਾਂ ਮਨੁੱਖ ਕੋਲ ਅੱਜ ਵਰਗੇ ਅਧਿਕਾਰ ਅਤੇ ਸਹੂਲਤਾਂ ਨਹੀਂ ਸਨ। ਉਸ ਕੋਲ ਲੋੜ ਵਾਲੀ ਹਰ ਵਸਤ ਦੀ ਘਾਟ ਸੀ, ਪਰ ਅਨੇਕਾਂ ਘਾਟਾਂ ਦੇ ਬਾਵਜੂਦ ਉਸ ਦਾ ਜੀਵਨ ਭਰਪੂਰ ਅਤੇ ਤਸੱਲੀ ਵਾਲਾ ਸੀ, ਕਿਉਂਕਿ ਉਸ ਨੂੰ ਦੂਜਿਆਂ ਉੱਤੇ ਵਿਸ਼ਵਾਸ ਅਤੇ ਉਹਨਾਂ ਦੀ ਸਹਿਯੋਗੀ ਬਿਰਤੀ ਉੱਤੇ ਭਰੋਸਾ ਸੀ। ਹੁਣ ਇਹ ਦੋਵੇਂ ਗੁਣ ਧੁੰਦਲੇ ਪੈਂਦੇ ਜਾ ਰਹੇ ਹਨ। ਭਾਵੇਂ ਹੁਣ ਹਰ ਚੀਜ਼ ਦੀ ਬਹੁਤਾਤ ਹੈ, ਪਰ ਬਿਰਤੀ ਸਹਿਯੋਗੀ ਹੋਣ ਦੀ ਥਾਂ ਮੁਕਾਬਲੇ ਵਾਲੀ ਹੋ ਗਈ ਹੈ। ਇਸੇ ਕਰਕੇ ਆਧੁਨਿਕ ਮਨੁੱਖ ਅਸ਼ਾਂਤ ਹੈ। ਸ਼ਾਂਤੀ ਤਾਂ ਸੇਵਾ, ਸਹਿਯੋਗ ਅਤੇ ਸਹਾਇਤਾ ਵਿੱਚੋਂ ਹੀ ਮਿਲਣੀ ਹੈ। ਅਭਿਮਾਨ, ਅਡੰਬਰ ਅਤੇ ਵਿਖਾਵੇ ਨੇ ਮਾਨਵੀ ਗੁਣ ਕੁਚਲ ਦਿੱਤੇ ਹਨ। ਸਾਥ ਦੀ ਇਮਾਨਦਾਰੀ, ਮਿਲ ਵਰਤਣ ਦੀ ਪ੍ਰਸੰਨਤਾ ਅਤੇ ਸਹਿਯੋਗ ਦੀ ਉਦਾਰਤਾ ਲੋਪ ਹੋ ਰਹੀ ਹੈ। ਦਿਆਲੂ ਬੰਦਿਆਂ ਦੇ ਢੰਗ ਤਰੀਕੇ ਹੋਰ ਹੀ ਹੁੰਦੇ ਸਨ। ਉਹ ਵਿਸ਼ਾਲ ਨਿਸ਼ਾਨਿਆਂ ਤੇ ਭੀੜੇ ਰਸਤਿਆਂ ਵਿੱਚੋਂ ਲੰਘ ਕੇ ਨਹੀਂ ਸਨ ਪਹੁੰਚੇ। ਵੇਖਿਆ ਗਿਆ ਹੈ ਕਿ ਕਈ ਵੱਡੇ ਵੱਡੇ ਬੱਦਲ ਐਵੇਂ ਗਰਜ ਕੇ ਲੰਘ ਜਾਂਦੇ ਹਨ, ਜਦੋਂ ਕਿ ਨਿੱਕੀਆਂ ਨਿੱਕੀਆਂ ਬੱਦਲੀਆਂ ਥੋੜ੍ਹੀ ਦੇਰ ਵਿੱਚ ਹੀ ਜਲ ਥਲ ਕਰ ਦਿੰਦੀਆਂ ਹਨ। ਅੰਤਰ ਆਕਾਰ ਦਾ ਨਹੀਂ, ਸੇਵਾ ਅਤੇ ਤਿਆਗ ਦਾ ਹੈ। ਸਾਡੇ ਮਾਪੇ, ਆਂਢੀ ਗੁਆਂਢੀ, ਸੰਗੀ ਸਾਥੀ, ਸਹਿਕਰਮੀ, ਮਿੱਤਰ ਪਿਆਰੇ ਆਦਿ ਸਾਰੇ ਸਾਡੀ ਕਾਰਜੁਗਾਰੀ ਵਿੱਚ ਸਹਾਇਕ ਹੁੰਦੇ ਹਨ। ਇਹਨਾਂ ਦੀਆਂ ਸ਼ੁਭ ਇਛਾਵਾਂ ਸਾਨੂੰ ਅੱਗੇ ਲੰਘਾਉਣ ਲਈ ਹੁੰਦੀਆਂ ਹਨ। ਜਦੋਂ ਮਾਂ ਕਹਿੰਦੀ ਹੈ ਤੁਸੀਂ ਸਾਰੇ ਖਾਓ, ਮੈਂ ਪਰੋਸਦੀ ਹਾਂ, ਤਾਂ ਉਸ ਵਿੱਚ ਸੇਵਾ ਵੀ ਹੁੰਦੀ ਹੈ ਅਤੇ ਤਿਆਗ ਵੀ। ਮੁੱਖ ਤੌਰ ਉੱਤੇ ਸੇਵਾ ਧਾਰਮਿਕ ਸੰਕਲਪ ਹੈ, ਸਹਿਯੋਗ ਰਾਜਨੀਤਿਕ ਆਰਥਿਕ ਸੰਕਲਪ ਹੈ ਅਤੇ ਸਹਾਇਤਾ ਇੱਕ ਸਮਾਜਿਕ ਸੰਕਲਪ ਹੈ। ਵਖਰੇਵਿਆਂ ਦੇ ਬਾਵਜੂਦ ਇਹਨਾਂ ਵਿੱਚ ਸਾਂਝਾ ਹਨ। ਆਮ ਕਰਕੇ ਅਸੀਂ ਬਜ਼ੁਰਗਾਂ ਦੀ ਸੇਵਾ ਕਰਦੇ ਹਾਂ, ਬਰਾਬਰਦਿਆਂ ਨੂੰ ਸਹਿਯੋਗ ਦਿੰਦੇ ਹਾਂ ਤੇ ਹੇਠਲਿਆਂ ਦੀ ਸਹਾਇਤਾ ਕਰਦੇ ਹਾਂ। ਸੇਵਾ, ਸਹਿਯੋਗ ਅਤੇ ਸਹਾਇਤਾ ਇਨਸਾਨੀ ਗੁਣ ਹਨ। ਪੰਛੀਆਂ, ਜਾਨਵਰਾਂ ਵਿੱਚ ਇਹ ਬਿਰਤੀ ਬਲਵਾਨ ਨਹੀਂ ਹੁੰਦੀ। ਧਰਮ ਨੇ ਸੇਵਾ, ਸਹਿਯੋਗ ਅਤੇ ਸਹਾਇਤਾ ਦੇ ਸੰਕਲਪਾਂ ਨੂੰ ਦ੍ਰਿੜ ਕਰਵਾਇਆ ਹੈ। ਇਹਨਾਂ ਕਾਰਜਾਂ ਨਾਲ ਮਨੁੱਖੀ ਮਨ ਵਿੱਚ ਸ਼ਾਂਤੀ ਉਪਜਦੀ ਹੈ। ਧਰਤੀ, ਸੂਰਜ, ਨਦੀ, ਦਰਿਆ ਸਾਰੇ ਸੇਵਾ ਭਾਵਨਾ ਦੇ ਪ੍ਰਤੀਕ ਹਨ। ਜਿਵੇਂ ਨਦੀ ਦੇ ਕੰਢੇ ਪਾਣੀ ਨੂੰ ਵਗਣ ਵਿੱਚ ਸਹਿਯੋਗ ਦਿੰਦੇ ਹਨ, ਇਵੇਂ ਹੀ ਮਦਦ ਕਰਨ ਵਾਲੇ ਸਾਡੇ ਕਿਨਾਰੇ ਬਣ ਜਾਂਦੇ ਹਨ ਤਾਂ ਜੋ ਅਸੀਂ ਵਗਦੇ ਰਹੀਏ। ਨਦੀ ਦੇ ਕੰਢੇ ਪਾਣੀ ਨੂੰ ਅੱਗੇ ਕਰਕੇ ਆਪ ਪਿੱਛੇ ਰਹਿ ਜਾਂਦੇ ਹਨ। ਵਿਦਿਅਕ ਸੰਸਥਾਵਾਂ, ਸਿਖਲਾਈ ਕੇਂਦਰ ਆਦਿ ਵਿਦਿਆਰਥੀਆਂ ਨੂੰ ਬੰਨ੍ਹ ਕੇ ਨਹੀਂ ਰੱਖਦੇ, ਸਗੋਂ ਕਹਿੰਦੇ ਹਨ ਆਪਣਾ ਅਸਮਾਨ ਲੱਭੋ ਅਤੇ ਦੂਜਿਆਂ ਲਈ ਸਹਾਇਕ ਸਿੱਧ ਹੋਵੋ। ਭੋਜਨ, ਪਿਆਰ ਅਤੇ ਸੁਰੱਖਿਆ ਮਨੁੱਖ ਦੀਆਂ ਪ੍ਰਮੁੱਖ ਲੋੜਾਂ ਹਨ। ਇਹਨਾਂ ਸਰਬ ਵਿਆਪਕ ਬੁਨਿਆਦੀ ਲੋੜਾਂ ਦੇ ਸੰਦਰਭ ਵਿੱਚ ਹੀ ਮਦਦ ਕੀਤੀ ਜਾਂਦੀ ਹੈ।
ਇਹਨਾਂ ਲੋੜਾਂ ਦੀ ਪੂਰਤੀ ਦੇ ਕਾਰਜਾਂ ਵਿੱਚੋਂ ਹੀ ਰਿਸ਼ਤੇ ਉਪਜਦੇ ਹਨ। ਜੋ ਕੁਝ ਵੀ ਅਸੀਂ ਖਾਂਦੇ ਪੀਂਦੇ ਪਹਿਨਦੇ ਵਰਤਦੇ ਹਾਂ ਉਹ ਕਿਸੇ ਦੀ ਮਿਹਨਤ ਦਾ ਸਿੱਟਾ ਹੁੰਦਾ ਹੈ। ਸੋ ਧੰਨਵਾਦੀ ਬਿਰਤੀ ਲੋੜੀਂਦੀ ਹੈ। ਧੰਨਵਾਦੀ ਹੋਣਾ ਸਿੱਖੋ। ਇਹ ਇੱਕ ਅਜਿਹੀ ਨੀਤੀ ਹੈ ਜਿਸ ਵਿੱਚ ਸਫਲਤਾ ਹੀ ਸਫਲਤਾ ਹੈ। ਧੰਨਵਾਦ ਆਮ ਕਰਕੇ ਵਡੇਰੀਆਂ ਮਿਹਰਬਾਨੀਆਂ ਅਤੇ ਬਖਸ਼ਿਸ਼ਾਂ ਪ੍ਰਾਪਤ ਕਰਨ ਦੇ ਉਦੇਸ਼ ਵਿੱਚੋਂ ਉਪਜੀ ਭਾਵਨਾ ਦਾ ਪ੍ਰਗਟਾਵਾ ਹੁੰਦਾ ਹੈ। ਦਰਖਤਾਂ ਦੇ ਪੱਤੇ ਧੰਨਵਾਦ ਦੀ ਭਾਵਨਾ ਨਾਲ ਧਰਤੀ ਨੂੰ ਖੁਸ਼ਹਾਲ, ਅਮੀਰ ਅਤੇ ਨਰੋਆ ਬਣਾਉਣ ਲਈ ਡਿੱਗਦੇ ਹਨ। ਪੱਤਿਆਂ ਦਾ ਡਿੱਗਣਾ ਦਰਖਤ ਵੱਲੋਂ ਧੰਨਵਾਦ ਦਾ ਪ੍ਰਗਟਾਵਾ ਹੈ। ਪਰਸਪਰ ਧੰਨਵਾਦ ਦੀ ਭਾਵਨਾ ਵਿਕਾਸ ਦਾ ਪ੍ਰਤੀਕ ਹੁੰਦੀ ਹੈ। ਮਦਦ ਕਰਨ ਦੇ ਖੇਤਰ ਤਾਂ ਕਈ ਹਨ, ਪਰ ਵਸੀਲਿਆਂ ਵਿਹੂਣੇ ਕਿਸੇ ਲਾਇਕ ਵਿਦਿਆਰਥੀ ਦੀ ਪੜ੍ਹਾਈ ਵਿੱਚ ਮਾਇਕ ਮਦਦ ਅਤੇ ਕਿਸੇ ਮਿਹਨਤੀ ਵਿਅਕਤੀ ਦੀ ਬਿਮਾਰੀ ਵਿੱਚ ਸਹਾਇਤਾ ਸਭ ਤੋਂ ਵੱਧ ਤਸੱਲੀ ਦਿੰਦੀ ਹੈ, ਕਿਉਂਕਿ ਇਹ ਨਿਰੰਤਰ ਧੰਨਵਾਦੀ ਰਹਿੰਦੇ ਹਨ। ਜਿਵੇਂ ਦਲਦਲ ਵਿੱਚ ਫਸੀ ਕਿਸੇ ਗਾਂ ਮੱਝ ਦੀ ਬਾਹਰ ਨਿਕਲਣ ਵਿੱਚ ਮਦਦ ਮੁਲਤਵੀ ਨਹੀਂ ਕੀਤੀ ਜਾ ਸਕਦੀ ਅਤੇ ਡੁੱਬਦੇ ਵਿਅਕਤੀਆਂ ਦਾ ਬਚਾਉਣਾ ਟਾਲਿਆ ਨਹੀਂ ਜਾ ਸਕਦਾ, ਇਵੇਂ ਹੀ ਕਈ ਖੇਤਰ ਹੁੰਦੇ ਹਨ ਜਿੱਥੇ ਫੌਰੀ ਮਦਦ ਦੀ ਲੋੜ ਪੈਂਦੀ ਹੈ। ਪੰਜਾਬੀਆਂ ਦਾ ਇਹ ਸੁਭਾਅ ਹੈ ਕਿ ਇਹ ਕਿਸੇ ਨਿਆਸਰੇ ਦੀ ਮਦਦ ਕਰਨ ਵਿੱਚ ਸੰਕੋਚ ਨਹੀਂ ਕਰਦੇ। ਰੋਂਦੀ ਹੋਈ ਇਸਤਰੀ ਦੀ ਮਦਦ ਲਈ ਪੰਜਾਬੀ ਪੁਰਸ਼ ਆਪਣਾ ਸਭ ਕੁਝ ਕੁਰਬਾਨ ਕਰ ਦਿੰਦੇ ਹਨ। ਇਹ ਉਸ ਦਾ ਸੁਭਾਵਿਕ ਵਿਹਾਰ ਹੈ ਅਤੇ ਅਜਿਹਾ ਕਰਨ ਲਈ ਪੰਜਾਬੀਆਂ ਦਾ ਇਤਿਹਾਸ ਉਹਨਾਂ ਨੂੰ ਪ੍ਰੇਰਦਾ ਹੈ। ਪਾਟੇ ਨੂੰ ਸਿਉਣ ਨਾਲ, ਡਿੱਗੇ ਨੂੰ ਚੁੱਕਣ ਨਾਲ ਅਤੇ ਨਿਆਸਰੇ ਨੂੰ ਸਹਾਰਾ ਦੇਣ ਨਾਲ ਅਸੀਂ ਆਤਮਿਕ ਅਤੇ ਭਾਵਕ ਪੱਖੋਂ ਖੁਸ਼ਹਾਲ ਹੁੰਦੇ ਹਾਂ। ਹਰੇਕ ਧਰਮ ਦਾ ਕੇਂਦਰੀ ਉਪਦੇਸ਼ ਨਿਆਸਰਿਆਂ ਦੀ ਸੇਵਾ ਕਰਨਾ ਹੈ ਅਤੇ ਹਰ ਕੋਈ ਕਿਸੇ ਨਾ ਕਿਸੇ ਪੱਖੋਂ ਨਿਆਸਰਾ ਹੁੰਦਾ ਹੈ। ਉਦਾਹਰਣ ਵਜੋਂ ਜਦੋਂ ਦ੍ਰੋਪਦੀ ਦਾ ਅਪਮਾਨ ਕੀਤਾ ਜਾ ਰਿਹਾ ਸੀ ਤਾਂ ਉਹ ਬੇਸ਼ਰਮਾ ਦੇ ਭਰੇ ਦਰਬਾਰ ਵਿੱਚ ਨਿਆਸਰੀ ਖਲੋਤੀ ਸੀ। ਉਸ ਦੀ ਨਿਆਸਰੀ ਸਥਿਤੀ ਨਿਰਲੱਜ ਮਰਦਾਂ ਦੀ ਅਣਖ ਨੂੰ ਵੰਗਾਰ ਸੀ। ਆਪਣੀ ਇੱਜ਼ਤ ਬਚਾਉਣ ਲਈ ਉਸਨੇ ਹਰ ਹੀਲਾ ਵਰਤਿਆ ਪਰ ਸਫਲ ਨਾ ਹੋਈ। ਪਰ ਜਿਉਂ ਹੀ ਉਸਨੇ ਅੰਤਲੀ ਆਸ ਕ੍ਰਿਸ਼ਨ ਨੂੰ ਧਿਆ ਕੇ ਮਦਦ ਲਈ ਹੱਥ ਫੈਲਾਏ, ਰਹਿਮ ਅਤੇ ਮਿਹਰ ਦੀ ਬਖਸ਼ਿਸ਼ ਹੋ ਗਈ ਅਤੇ ਕ੍ਰਿਸ਼ਨ ਨੇ ਦ੍ਰੋਪਦੀ ਦੀ ਇੱਜ਼ਤ ਨੂੰ ਆਪਣੀ ਜ਼ਿੰਮੇਵਾਰੀ ਬਣਾ ਲਿਆ। ਜਦੋਂ ਕੋਈ ਹਾਦਸਾ ਜਾਂ ਦੁਰਘਟਨਾ ਵਾਪਰਦੀ ਹੈ ਤਾਂ ਬਹੁਤੀ ਚਿੰਤਾ ਮਰ ਗਿਆਂ ਸੰਬੰਧੀ ਨਹੀਂ, ਪਿੱਛੇ ਰਹਿ ਗਿਆਂ ਸੰਬੰਧੀ ਹੁੰਦੀ ਹੈ। ਮਦਦ ਪਿੱਛੇ ਰਹਿ ਗਿਆਂ ਦੀ ਹੁੰਦੀ ਹੈ। ਮਦਦ ਦਾ ਉਦੇਸ਼ ਮਦਦ ਲੈਣ ਵਾਲੇ ਨੂੰ ਆਪਣੇ ਪੈਰਾਂ 'ਤੇ ਖੜਾ ਕਰਕੇ ਸੁਤੰਤਰ ਕਰਨਾ ਹੁੰਦਾ ਹੈ। ਕਈ ਵਾਰੀ ਕਿਸੇ ਨੂੰ ਸੁਣਨਾ ਹੀ ਮਦਦ ਹੈ। ਕਈ ਵਾਰੀ ਕਿਸੇ ਕੋਲ ਬਹਿਣਾ ਅਤੇ ਹੱਲਾਸ਼ੇਰੀ ਦੇਣਾ ਹੀ ਸਹਾਇਤਾ ਹੈ। ਜੋ ਕੁਝ ਲੋਕ ਆਪ ਕਰ ਸਕਦੇ ਹਨ ਅਤੇ ਉਹਨਾਂ ਨੂੰ ਕਰਨਾ ਚਾਹੀਦਾ ਹੈ, ਉਹ ਕੁਝ ਕਰਨਾ ਮਦਦ ਨਹੀਂ ਹੁੰਦੀ। ਮਦਦ ਦਾ ਉਦੇਸ਼ ਡੁੱਲ ਗਏ ਜਾਂ ਖਾਲੀ ਹੋਏ ਨੂੰ ਭਰਨਾ ਹੈ। ਮਦਦ ਉਸ ਦੀ ਹੀ ਕੀਤੀ ਜਾਣੀ ਚਾਹੀਦੀ ਹੈ ਜੋ ਆਰਜ਼ੀ ਤੌਰ 'ਤੇ ਆਪਣਾ ਕੰਮ ਕਰਨ ਵਿੱਚ ਅਸਮਰੱਥ ਹੋਵੇ। ਕੁਝ ਖੇਤਰ ਹਨ ਜਿਨ੍ਹਾਂ ਵਿੱਚ ਮਦਦ ਨਹੀਂ ਕੀਤੀ ਜਾਣੀ ਚਾਹੀਦੀ, ਜਿਵੇਂ ਦੂਜਾ ਮਕਾਨ ਜਾਂ ਦੂਜੀ ਕਾਰ ਖਰੀਦਣ ਲਈ, ਮਹਿੰਗੇ ਸ਼ੌਂਕ ਪਾਲਣ ਲਈ, ਮਨੋਰੰਜਨ ਵਾਸਤੇ ਵਿਦੇਸ਼ ਦੌਰੇ ਲਈ। ਸਹਾਇਤਾ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਹੁੰਦੀ ਹੈ, ਇੱਛਾਵਾਂ ਦੀ ਪੂਰਤੀ ਲਈ ਨਹੀਂ। ਜੋ ਮਦਦ ਕਰਦੇ ਹਨ ਉਹਨਾਂ ਨੇ ਮਦਦ ਲਈ ਦਿੱਤੇ ਜਾਣ ਵਾਲੇ ਧਨ ਨੂੰ ਮਿਹਨਤ ਅਤੇ ਕੁਰਬਾਨੀਆਂ ਕਰਕੇ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਵਿਰਵੇ ਰੱਖ ਕੇ ਇਕੱਤਰ ਕੀਤਾ ਹੁੰਦਾ ਹੈ ਅਤੇ ਉਸ ਉੱਤੇ ਟੈਕਸ ਵੀ ਅਦਾ ਕੀਤਾ ਹੁੰਦਾ ਹੈ। ਮਦਦ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਮਦਦ ਲੈਣ ਵਾਲੇ ਨੇ ਆਪਣੇ ਵਸੀਲੇ ਕਿਵੇਂ ਵਰਤੇ ਹਨ ਅਤੇ ਆਪਣੇ ਜੀਵਨ ਨੂੰ ਕਿਵੇਂ ਜੀਵਿਆ ਹੈ। ਲੋਕ ਅਕਸਰ ਕਹਿੰਦੇ ਹਨ ਕਿ ਲੋੜ ਵੇਲੇ ਰਿਸ਼ਤੇਦਾਰ ਮਦਦ ਨਹੀਂ ਕਰਦੇ, ਜਦੋਂ ਕਿ ਵਾਸਤਵਿਕਤਾ ਇਹ ਹੈ ਕਿ ਜੇ ਤੁਹਾਨੂੰ ਮਦਦ ਦੀ ਲੋੜ ਹੈ ਤਾਂ ਤੁਸੀਂ ਮਦਦ ਕੀਤੇ ਜਾਣ ਦੇ ਯੋਗ ਹੋ ਤਾਂ ਰਿਸ਼ਤੇਦਾਰ ਵੀ ਮਦਦ ਕਰਨਗੇ। ਉਹ ਅਕਸਰ ਮਦਦ ਇਸ ਲਈ ਨਹੀਂ ਕਰਦੇ ਕਿਉਂਕਿ ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ ਹਨ। ਉਹਨਾਂ ਨੇ ਤੁਹਾਡੇ ਅਡੰਬਰ ਅਤੇ ਫਜ਼ੂਲ ਖਰਚੀਆਂ ਵੇਖੀਆਂ ਦੀਆਂ ਹਨ। ਉਹ ਤੁਹਾਡੇ ਗੈਰ ਜ਼ਿੰਮੇਵਾਰ ਵਿਹਾਰ ਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ ਹਨ। ਗੈਰ ਜ਼ਿੰਮੇਵਾਰ ਵਿਹਾਰ ਪਰਿਵਾਰ ਵਿੱਚ ਹੀ ਨਹੀਂ ਸਗੋਂ ਸਮੁੱਚੇ ਸਮਾਜ ਵਿੱਚ ਵੀ ਅਸ਼ਾਂਤੀ ਹੀ ਫੈਲਾਉਂਦਾ ਹੈ। ਲੰਮੇ ਰਿਸ਼ਤੇ ਇਸ ਆਧਾਰ 'ਤੇ ਨਹੀਂ ਚੱਲਦੇ ਕਿ ਕਹਿਣ ਉੱਤੇ ਸਹਾਇਤਾ ਕਰੋਗੇ ਜਾਂ ਸਹਾਇਤਾ ਮਿਲੇਗੀ, ਸਗੋਂ ਇਸ ਵਿਸ਼ਵਾਸ 'ਤੇ ਚੱਲਦੇ ਹਨ ਕਿ ਜੇ ਲੋੜ ਪਈ ਤਾਂ ਸਹਾਇਤਾ ਲਈ ਕਹਿਣਾ ਨਹੀਂ ਪਵੇਗਾ। ਜਿਹੜੇ ਵਿਅਕਤੀ ਆਪਣੇ ਆਪ ਦੀ ਚੰਗੀ ਦੇਖਭਾਲ ਕਰਦੇ ਹਨ ਉਹ ਸੰਜਮੀ ਹੁੰਦੇ ਹਨ ਅਤੇ ਉਹੀ ਦੂਜਿਆਂ ਦਾ ਕੁਝ ਸਵਾਰ ਸਕਦੇ ਹਨ। ਸੋ ਦੋਸਤੋ, ਟੌਪਿਕ ਲੰਬਾ ਹੋਣ ਕਰਕੇ ਇਹਨੂੰ ਆਪਾਂ ਇੱਥੇ ਖਤਮ ਕਰਦੇ ਹਾਂ। ਫਿਰ ਮਿਲਾਂਗੇ ਇਹਦੇ ਦੂਜੇ ਭਾਗ ਦੇ ਨਾਲ।